ਹੈਲੋ ਸਟੂਡੈਂਟਸ, ਅੱਜ ਦੇ ਲੈਕਚਰ 'ਚ ਅਸੀਂ ਗੱਲ ਕਰਨ ਜਾ ਰਹੇ ਹਾਂ ਹੈਂਡ ਬ੍ਰੇਕ ਦੀ, ਜਾਂ ਫਿਰ ਜਿਹਨੂੰ ਅਸੀਂ ਪਾਰਕਿੰਗ ਬ੍ਰੇਕ ਕਹਿੰਦੇ ਹਾਂ। ਇਹ ਸਾਡੀ ਸੈਕੰਡਰੀ ਬ੍ਰੇਕ ਹੈ। ਜਿਹੜੀ ਪ੍ਰਾਇਮਰੀ ਬ੍ਰੇਕ ਆਪਾਂ ਯੂਜ਼ ਕਰਦੇ ਹਾਂ ਆਪਣੇ ਵਹੀਕਲ ਦੇ ਵਿੱਚ, ਉਹ ਫੁੱਟ ਬ੍ਰੇਕ ਹੀ ਹੈ। ਇਹਨੂੰ ਅਸੀਂ ਤਾਂ ਯੂਜ਼ ਕਰਦੇ ਹਾਂ ਜੇ ਫੁੱਟ ਬ੍ਰੇਕ ਕੰਮ ਨਾ ਕਰਦੀ ਹੋਵੇ, ਜਾਂ ਐਮਰਜੈਂਸੀ ਦੇ ਕੇਸ ਦੇ ਵਿੱਚ ਯੂਜ਼ ਕਰਦੇ ਹਾਂ, ਜਾਂ ਫਿਰ ਅਸੀਂ ਯੂਜ਼ ਕਰਦੇ ਹਾਂ ਜਦੋਂ ਅਸੀਂ ਗੱਡੀ ਨੂੰ ਕਿਸੇ ਸਲੋਪ ਤੇ ਪਾਰਕ ਕਰਨਾ ਹੋਵੇ। ਸੋ ਹੈਂਡ ਬ੍ਰੇਕ ਔਰ ਪਾਰਕਿੰਗ ਬ੍ਰੇਕ ਬਾਰੇ ਉਹ ਕੀ ਕਹਿੰਦੇ ਨੇ? ਦਿਸ ਬ੍ਰੇਕ ਇਜ਼ ਯੂਜ਼ਡ ਵਾਈਲ ਪਾਰਕਿੰਗ ਏ ਵਹੀਕਲ but can also be used in case of emergency when foot pedal brake system has failed। ਕਹਿੰਦੇ ਇਹ ਬ੍ਰੇਕ ਨੂੰ ਉਦੋਂ ਯੂਜ਼ ਕੀਤਾ ਜਾਂਦਾ ਹੈ ਜਦੋਂ ਅਸੀਂ ਕਿਸੇ ਵੀ ਵਹੀਕਲ ਨੂੰ ਪਾਰਕਿੰਗ ਤੇ ਲਗਾਉਣਾ ਹੋਵੇ, ਕਿਸੇ ਸਲੋਪ ਤੇ ਪਾਰਕਿੰਗ ਕਰਨੀ ਹੈ, ਕਿਸੇ ਪਲੇਨ ਏਰੀਆ ਤੇ ਪਾਰਕਿੰਗ ਕਰਨੀ ਹੈ, ਕੋਈ ਵਹੀਕਲ ਨੂੰ ਮੂਵ ਨਾ ਕਰ ਸਕੇ ਅੱਗੇ ਪਿੱਛੇ ਧੱਕਾ ਮਾਰ ਕੇ, ਸੋ ਅਸੀਂ ਪਾਰਕਿੰਗ ਬ੍ਰੇਕ ਅਪਲਾਈ ਕਰ ਦਿੰਦੇ ਹਾਂ। ਬਟ ਇਹਨੂੰ ਅਸੀਂ ਐਮਰਜੈਂਸੀ 'ਚ ਵੀ ਯੂਜ਼ ਕਰ ਸਕਦੇ ਹਾਂ। ਐਮਰਜੈਂਸੀ ਮਤਲਬ ਮੰਨ ਲਓ ਤੁਹਾਡੀ ਫੁੱਟ ਬ੍ਰੇਕ ਕੰਮ ਨਹੀਂ ਕਰਦੀ ਪਈ। ਜਦੋਂ ਤੁਹਾਡੀ ਫੁੱਟ ਬ੍ਰੇਕ ਕੰਮ ਨਹੀਂ ਕਰਦੀ ਪਈ, ਤੁਸੀਂ ਉਸ ਕੇਸ ਦੇ ਵਿੱਚ ਵੀ ਹੈਂਡ ਬ੍ਰੇਕ ਨੂੰ ਜਾਂ ਪਾਰਕਿੰਗ ਬ੍ਰੇਕ ਨੂੰ ਯੂਜ਼ ਕਰ ਸਕਦੇ ਹੋ। ਜ਼ਰੂਰੀ ਨਹੀਂ ਆਪਾਂ ਇਹਨੂੰ ਸਿਰਫ ਪਾਰਕਿੰਗ ਵਾਸਤੇ ਯੂਜ਼ ਕਰਨਾ ਹੈ। ਅਸੀਂ ਜਦੋਂ ਵੀ ਕਦੀ ਸਾਨੂੰ ਲੱਗੇ ਵੀ ਹੁਣ ਐਮਰਜੈਂਸੀ ਪੈ ਗਈ ਹੈ, ਹੁਣ ਬ੍ਰੇਕ ਸਾਨੂੰ ਲਗਾਉਣੀ ਪਏਗੀ, ਤੇ ਫਿਰ ਅਸੀਂ ਇਹਨੂੰ ਯੂਜ਼ ਕਰ ਸਕਦੇ ਹਾਂ। ਇਹ ਇੱਕ ਇਹਦੇ ਬਾਰੇ ਉਹਨਾਂ ਨੇ ਦੱਸਿਆ ਜੀ, ਫੁੱਟ ਬ੍ਰੇਕ ਬਾਰੇ। ਜਦੋਂ ਫੁੱਟ ਬ੍ਰੇਕ ਕੰਮ ਨਹੀਂ ਕਰਦੀ ਪਈ, ਉਦੋਂ ਅਸੀਂ ਹੈਂਡ ਬ੍ਰੇਕ ਯੂਜ਼ ਕਰ ਸਕਦੇ ਹਾਂ ਐਮਰਜੈਂਸੀ ਦੇ ਵਿੱਚ। ਸੋ ਦੀ ਪਾਰਕਿੰਗ ਬ੍ਰੇਕਸ ਆਰ ਕਾਮਨਲੀ ਕਾਲਡ ਐਜ਼ ਐਮਰਜੈਂਸੀ ਬ੍ਰੇਕਸ। ਇਸ ਕਰਕੇ ਜਿਹੜੀਆਂ ਪਾਰਕਿੰਗ ਬ੍ਰੇਕਸ ਨੇ, ਇਹਨਾਂ ਨੂੰ ਅਸੀਂ ਐਮਰਜੈਂਸੀ ਬ੍ਰੇਕਸ ਵੀ ਕਹਿੰਦੇ ਆ। ਐਮਰਜੈਂਸੀ ਬ੍ਰੇਕਸ ਕਿਉਂ ਕਹਿੰਦੇ ਆ? ਕਿਉਂਕਿ ਆਪਾਂ ਐਮਰਜੈਂਸੀ ਦੇ ਟਾਈਮ ਇਹੀ ਬ੍ਰੇਕ ਯੂਜ਼ ਕਰਕੇ ਵਹੀਕਲ ਨੂੰ ਰੋਕਣ ਦੀ ਕੋਸ਼ਿਸ਼ ਕਰਦੇ ਹਾਂ। These are independent of regular brake system। ਇਹਦਾ ਮਤਲਬ ਕੀ ਹੈ ਵੀ ਇਹ ਜਿਹੜੀ ਹੈਂਡ ਬ੍ਰੇਕ ਹੈ ਜਾਂ ਜਿਹੜੀ ਪਾਰਕਿੰਗ ਬ੍ਰੇਕ ਹੈ ਨਾ, ਇਹ ਰੈਗੂਲਰ ਬ੍ਰੇਕ ਸਿਸਟਮ ਤੋਂ ਇੰਡੀਪੈਂਡੈਂਟ ਹੈ। ਰੈਗੂਲਰ ਬ੍ਰੇਕ ਸਿਸਟਮ ਤੋਂ ਇੰਡੀਪੈਂਡੈਂਟ ਹੋਣ ਦਾ ਮਤਲਬ ਕੀ ਹੈ? ਵੀ ਮਤਲਬ ਇਹਨਾਂ ਦਾ ਫੁੱਟ ਬ੍ਰੇਕਾਂ ਦੇ ਨਾਲ ਕੋਈ ਲਿੰਕ ਨਹੀਂ ਹੈ। ਜਿਹੜਾ ਅਸੀਂ ਕੱਲ ਸਟੱਡੀ ਕੀਤਾ ਸੀਗਾ ਮਕੈਨੀਕਲ ਬ੍ਰੇਕ, ਮੰਨ ਲਓ ਕਿਸੇ ਗੱਡੀ ਦੇ ਵਿੱਚ ਜੇ ਮਕੈਨੀਕਲ ਬ੍ਰੇਕ ਸਿਸਟਮ ਲੱਗਾ ਹੈ, ਤੇ ਹੈਂਡ ਬ੍ਰੇਕ ਦਾ ਉਸ ਮਕੈਨੀਕਲ ਬ੍ਰੇਕ ਸਿਸਟਮ ਦੇ ਨਾਲ ਕੋਈ ਲਿੰਕ ਨਹੀਂ ਹੋਏਗਾ। ਇਹ ਆਪਣੀ ਇੱਕ ਅਲੱਗ ਹੀ ਚੀਜ਼ ਹੋਏਗੀ। ਇਹਦਾ ਕਿਸੇ ਹੋਰ ਬ੍ਰੇਕ ਦੇ ਨਾਲ ਕੋਈ ਲਿੰਕ ਨਹੀਂ ਹੈ। ਚਾਹੇ ਹਾਈਡ੍ਰੋਲਿਕ ਬ੍ਰੇਕ ਹੈ, ਚਾਹੇ ਮਕੈਨੀਕਲ ਬ੍ਰੇਕ ਹੈ, ਚਾਹੇ 에ਅਰ ਬ੍ਰੇਕ ਹੈ, ਚਾਹੇ ਇਲੈਕਟ੍ਰੀਕਲ ਬ੍ਰੇਕ ਹੈ। ਜਿਹੜੀ ਹੈਂਡ ਬ੍ਰੇਕ ਹੈ ਜਾਂ ਜਿਹੜੀ ਪਾਰਕਿੰਗ ਬ੍ਰੇਕ ਹੈ, ਇਹਦਾ ਗੱਡੀ ਦੇ ਬ੍ਰੇਕਿੰਗ ਸਿਸਟਮ ਦੇ ਨਾਲ ਹੋਰ ਕੋਈ ਲਿੰਕ ਨਹੀਂ ਹੈਗਾ। ਦੀ ਹੈਂਡ ਬ੍ਰੇਕ ਸਿਸਟਮ ਇਜ਼ ਮਕੈਨੀਕਲੀ ਓਪਰੇਟਿਡ। ਇਹ ਚੀਜ਼ ਆਪਾਂ ਕੱਲ ਵੀ ਪੜ੍ਹ ਚੁੱਕੇ ਸੀਗੇ ਵੀ ਜਿਹੜੀ ਹੈਂਡ ਬ੍ਰੇਕ ਹੁੰਦੀ ਹੈ ਉਹ ਮਕੈਨੀਕਲ ਬ੍ਰੇਕ ਹੁੰਦੀ ਹੈ। ਵੀ ਜਿਹੜੀ ਹੈਂਡ ਬ੍ਰੇਕ ਹੋਏਗੀ ਉਹ ਮਕੈਨੀਕਲੀ ਓਪਰੇਟ ਹੋਏਗੀ, ਐਜ਼ ਸ਼ੋਨ ਇਨ ਫਿਗਰ। ਜਿੱਦਾਂ ਕਿ ਫਿਗਰ 'ਚ ਦਿਖਾਇਆ ਗਿਆ, ਨੀਚੇ ਫਿਗਰ ਹੈ, ਉਹ ਦੇਖਦੇ ਹਾਂ ਆਪਾਂ। ਮਕੈਨੀਕਲ ਬ੍ਰੇਕ ਦਾ ਮਤਲਬ ਕੀ ਹੈ? ਇਹ ਅਸੀਂ ਕੱਲ ਵੀ ਸਟੱਡੀ ਕੀਤਾ ਸੀਗਾ। ਉਹ ਬ੍ਰੇਕ ਜਿਹਦੇ ਵਿੱਚ ਮਕੈਨੀਕਲ ਕੰਪੋਨੈਂਟਸ ਲੱਗੇ ਹੋਣ, ਲਾਈਕ ਲੀਵਰਸ ਲੱਗੇ ਹੋਣ, ਲਿੰਕ ਲੱਗੇ ਹੋਣ, ਕੈਮਸ ਲੱਗੀਆਂ ਹੋਣ, ਐਦਾਂ ਦੀਆਂ ਚੀਜ਼ਾਂ ਲੱਗੀਆਂ ਹੋਣ, ਉਹਨੂੰ ਅਸੀਂ ਮਕੈਨੀਕਲ ਬ੍ਰੇਕ ਕਹਿੰਦੇ ਹਾਂ। ਸੋ ਸਾਡੀ ਜਿਹੜੀ ਹੈਂਡ ਬ੍ਰੇਕ ਹੈ ਜਾਂ ਜਿਹੜੀ ਪਾਰਕਿੰਗ ਬ੍ਰੇਕ ਹੈ, ਉਹ ਇੱਕ ਮਕੈਨੀਕਲ ਬ੍ਰੇਕ ਹੈ। ਇਹਦੇ ਬਾਰੇ ਆਪਾਂ ਕੱਲ ਵੀ ਡਿਸਕਸ ਕਰ ਚੁੱਕੇ ਹਾਂ। ਮੋਸਟਲੀ ਦੀ ਹੈਂਡ ਬ੍ਰੇਕਸ ਆਰ ਯੂਜ਼ਡ ਇਨ ਰੀਅਰ ਬ੍ਰੇਕ ਅਸੈਂਬਲੀ। ਜ਼ਿਆਦਾਤਰ ਜਿਹੜੀਆਂ ਆਪਾਂ ਹੈਂਡ ਬ੍ਰੇਕ ਯੂਜ਼ ਕਰਦੇ ਹਾਂ, ਉਹ ਰੀਅਰ ਬ੍ਰੇਕ ਅਸੈਂਬਲੀ 'ਚ ਯੂਜ਼ ਕਰਦੇ ਹਾਂ। ਵੀ ਮਤਲਬ ਜਦੋਂ ਆਪਾਂ ਹੈਂਡ ਬ੍ਰੇਕ ਲਗਾਉਂਦੇ ਹਾਂ ਨਾ, ਉਹ ਫਰੰਟ ਵਾਲੇ ਵੀਲਸ ਨੂੰ ਲੋਕ ਨਹੀਂ ਕਰਦੀ, ਉਹ ਰੀਅਰ ਵਾਲੇ ਵੀਲਸ ਨੂੰ ਲੋਕ ਕਰਦੀ ਹੈ। ਰੀਅਰ ਵਾਲੇ ਵੀਲਸ ਦੀ ਸਪੀਡ ਨੂੰ ਘਟਾਉਣ ਦੀ ਕੋਸ਼ਿਸ਼ ਕਰਦੀ ਹੈ। ਸੋ ਹਜੇ ਤੱਕ ਆਪਾਂ ਹੈਂਡ ਬ੍ਰੇਕ ਦੀ ਇੰਟਰੋਡਕਸ਼ਨ ਕੀਤੀ। ਹੈਂਡ ਬ੍ਰੇਕ ਦੀ ਇੰਟਰੋਡਕਸ਼ਨ 'ਚ ਅਸੀਂ ਕੀ ਪੜ੍ਹਿਆ? ਵੀ ਇਹ ਬ੍ਰੇਕ ਨੂੰ ਅਸੀਂ ਪਾਰਕਿੰਗ ਵੇਲੇ ਯੂਜ਼ ਕਰਦੇ ਹਾਂ, ਬਟ ਐਮਰਜੈਂਸੀ ਦੇ ਕੇਸ ਦੇ ਵਿੱਚ ਵੀ ਆਪਾਂ ਇਹਨੂੰ ਯੂਜ਼ ਕਰ ਸਕਦੇ ਹਾਂ ਜਦੋਂ ਫੁੱਟ ਬ੍ਰੇਕ ਕੰਮ ਨਾ ਕਰਦੀ ਹੋਵੇ। ਇਸ ਕਰਕੇ ਜਿਹੜੀਆਂ ਪਾਰਕਿੰਗ ਬ੍ਰੇਕ ਨੇ, ਉਹਨਾਂ ਨੂੰ ਅਸੀਂ ਐਮਰਜੈਂਸੀ ਬ੍ਰੇਕਸ ਕਹਿੰਦੇ ਹਾਂ। ਇਹਨਾਂ ਦਾ ਰੈਗੂਲਰ ਬ੍ਰੇਕ ਦੇ ਨਾਲ ਕੋਈ ਲਿੰਕ ਨਹੀਂ, ਇਹ ਉਹਨਾਂ ਤੋਂ ਇੰਡੀਪੈਂਡੈਂਟ ਨੇ। ਜਿਹੜੀਆਂ ਹੈਂਡ ਬ੍ਰੇਕਸ ਨੇ ਮਕੈਨੀਕਲੀ ਓਪਰੇਟ ਹੁੰਦੀਆਂ, ਤੇ ਮੋਸਟਲੀ ਜਿਹੜੀਆਂ ਹੈਂਡ ਬ੍ਰੇਕਸ ਨੇ ਉਹ ਰੀਅਰ ਬ੍ਰੇਕ ਅਸੈਂਬਲੀ ਤੇ ਕੰਮ ਕਰਦੀਆਂ, ਮਤਲਬ ਪਿਛਲੇ ਟਾਇਰਾਂ ਨੂੰ ਲੌਕ ਕਰਦੀਆਂ, ਪਿਛਲੇ ਟਾਇਰਾਂ ਤੇ ਸਿਰਫ ਆਉਂਦੀਆਂ। ਜਿੱਦਾਂ ਅਸੀਂ ਦੇਖਦੇ ਹਾਂ ਬਾਈਕ ਦੇ ਵਿੱਚ ਅਗਲੀ ਬ੍ਰੇਕ ਹੁੰਦੀ ਹੈ, ਪਿਛਲੀ ਬ੍ਰੇਕ ਹੁੰਦੀ ਹੈ, ਪੈਰ ਦੇ ਵਿੱਚ ਪਿਛਲੀ ਬ੍ਰੇਕ ਹੁੰਦੀ ਹੈ, ਹੱਥ ਦੇ ਵਿੱਚ ਅਗਲੀ ਬ੍ਰੇਕ ਹੁੰਦੀ ਹੈ। ਠੀਕ ਹੈ, ਆਪਾਂ ਜਦੋਂ ਪੈਰ ਵਾਲੀ ਬ੍ਰੇਕ ਮਾਰਦੇ ਹਾਂ, ਪਿਛਲੇ ਟਾਇਰ ਦੀ ਸਪੀਡ ਘਟਦੀ ਹੈ। ਜਦੋਂ ਅਸੀਂ ਹੱਥ ਵਾਲੀ ਬ੍ਰੇਕ ਮਾਰਦੇ ਹਾਂ, ਅਗਲੇ ਟਾਇਰ ਦੀ ਸਪੀਡ ਘਟਦੀ ਹੈ। ਏਦਾਂ ਹੁੰਦਾ ਬਾਈਕ 'ਚ। ਸਾਈਕਲ 'ਚ ਵੀ ਏਦਾਂ ਹੁੰਦਾ। ਸਾਈਕਲ 'ਚ ਅਗਲੀ ਬ੍ਰੇਕ ਅਲੱਗ ਹੁੰਦੀ ਹੈ, ਪਿਛਲੀ ਬ੍ਰੇਕ ਅਲੱਗ ਹੁੰਦੀ ਹੈ।
ਐਦਾਂ ਹੀ ਜਿਹੜੀ ਕਾਰ ਦੇ ਵਿੱਚ ਬ੍ਰੇਕਸ ਹੁੰਦੀਆਂ ਨਾ ਉਹ ਚਾਰੋਂ ਪਾਸੇ ਇਕੁਅਲ ਹੁੰਦੀਆਂ, ਜਿਹੜੀਆਂ ਫੁੱਟ ਬ੍ਰੇਕ ਆਪਾਂ ਯੂਜ਼ ਕਰਦੇ ਹਾਂ ਕਾਰ ਦੇ ਵਿੱਚ, ਉਹ ਜਦੋਂ ਅਸੀਂ ਅਪਲਾਈ ਕਰਦੇ ਹਾਂ ਨਾ ਚਾਰੋਂ ਵੀਲਸ ਨੂੰ ਇਕੁਅਲ ਪਾਵਰ ਜਾਂਦੀ ਹੈ, ਉਹ ਇਕੁਅਲ ਸਪੀਡ ਤੇ ਰੁਕਦੇ ਨੇ। ਬਟ ਜੇ ਆਪਾਂ ਹੈਂਡ ਬ੍ਰੇਕ ਦੀ ਜਾਂ ਪਾਰਕਿੰਗ ਬ੍ਰੇਕ ਜਾਂ ਐਮਰਜੈਂਸੀ ਬ੍ਰੇਕ ਦੀ ਗੱਲ ਕਰਦੇ ਪਏ ਆ, ਇਹਦਾ ਫਰੰਟ ਵਾਲੇ ਵੀਲਸ ਨਾਲ ਕੋਈ ਲਿੰਕ ਨਹੀਂ, ਇਹਨੇ ਸਿਰਫ ਰੀਅਰ ਵਾਲੇ ਵੀਲਸ ਨੂੰ ਲੌਕ ਕਰਨਾ ਹੈ। ਜਦੋਂ ਵੀ ਕੋਈ ਆਪਾਂ ਡਰਿਫਟ ਵਗੈਰਾ ਮਾਰਦੇ ਆ ਨਾ, ਗੱਡੀ ਚਲਾਉਂਦੇ ਚਲਾਉਂਦੇ ਸਟੰਟ ਮਾਰਨ ਦੀ ਕੋਸ਼ਿਸ਼ ਕਰਦੇ ਆ, ਡਰਿਫਟ ਮਾਰਨ ਦੀ ਕੋਸ਼ਿਸ਼ ਕਰਦੇ ਆ, ਤੇ ਅਸੀਂ ਇੱਕਦਮ ਸਪੀਡ ਤੇ ਜਾਂਦੇ ਜਾਂਦੇ ਹੈਂਡ ਬ੍ਰੇਕ ਨੂੰ ਪ੍ਰੈਸ ਕਰ ਦਿੰਦੇ ਆ। ਉਹ ਹੈਂਡ ਬ੍ਰੇਕ ਕੀ ਕਰਦੀ ਹੈ, ਰੀਅਰ ਵੀਲਸ ਨੂੰ ਲੌਕ ਕਰ ਦਿੰਦੀ ਹੈ, ਉਹਦੀ ਸਪੀਡ ਨੂੰ ਜ਼ੀਰੋ ਕਰ ਦਿੰਦੀ ਹੈ। ਜਦੋਂ ਰੀਅਰ ਵੀਲਸ ਦੀ ਸਪੀਡ ਘਟਦੀ ਹੈ, ਉਹ ਫਿਰ ਮਿੱਟੀ ਦੇ ਵਿੱਚ ਘਸਦੇ ਜਾਂਦੇ ਨੇ, ਜਿਹਨੂੰ ਅਸੀਂ ਡਰਿਫਟ ਕਹਿ ਦਿੰਦੇ ਆ। ਠੀਕ ਹੈ, ਉਹ ਡਰਿਫਟ ਦੇ ਵਿੱਚ ਸਾਰੇ ਦਾ ਸਾਰਾ ਜਿਹੜਾ ਰਿਸਪੌਂਸਿਬਿਲਿਟੀ ਹੈ ਉਹ ਹੈਂਡ ਬ੍ਰੇਕ ਦੀ ਹੈ। ਹੈਂਡ ਬ੍ਰੇਕ ਹੀ ਹੈ ਜਿਹੜੀ ਡਰਿਫਟ ਦੇ ਵਿੱਚ ਹੈਲਪ ਕਰਦੀ ਹੈ। ਜੇ ਆਪਾਂ ਕੰਸਟਰਕਸ਼ਨ ਦੀ ਗੱਲ ਕਰਦੇ ਹਾਂ, ਤਾਂ ਕੰਸਟਰਕਸ਼ਨ ਜੇ ਆਪਾਂ ਦੇਖਦੇ ਹਾਂ, ਹੈਂਡ ਬ੍ਰੇਕ ਦਾ ਇੱਕ ਲੀਵਰ ਹੈ ਜਿਹਨੂੰ ਅਸੀਂ ਪ੍ਰੈਸ ਕਰਦੇ ਹਾਂ ਬ੍ਰੇਕ ਅਪਲਾਈ ਕਰਨ ਦੇ ਲਈ। ਉਸ ਤੋਂ ਬਾਅਦ ਕੀ ਹੈ, ਦੋ ਕੇਬਲਸ ਜਾਂਦੀਆਂ ਪਈਆਂ ਬੈਕ ਸਾਈਡ ਤੇ, ਇੱਕ ਲੈਫਟ ਵੀਲ ਨੂੰ, ਇੱਕ ਰਾਈਟ ਵੀਲ ਨੂੰ। ਠੀਕ ਹੈ ਜੀ, ਇੱਕ ਲੈਫਟ ਵੀਲ ਨੂੰ ਚਲੀ ਗਈ, ਇੱਕ ਰਾਈਟ ਵੀਲ ਨੂੰ ਚਲੀ ਗਈ। ਇੰਨੀ ਕੁ ਕੰਸਟਰਕਸ਼ਨ ਹੈ ਬਸ ਹੈਂਡ ਬ੍ਰੇਕ ਲੀਵਰ ਦੀ, ਹੈਂਡ ਬ੍ਰੇਕ ਦੀ। ਉਹਨਾਂ ਨੇ ਦਿਖਾਇਆ ਕੀ ਹੈ ਵੀ ਹੈਂਡ ਬ੍ਰੇਕ ਦੇ ਵਿੱਚ ਜਿਹੜੀ ਕੀ ਕਹਿਣਾ ਕੀ ਚਾਹੁੰਦੇ ਨੇ ਉਹ, ਵੀ ਹੈਂਡ ਬ੍ਰੇਕ ਜਿਹੜੀ ਹੈ ਨਾ ਉਹ ਰੀਅਰ ਵੀਲਸ ਦੇ ਨਾਲ ਕਨੈਕਟਡ ਹੈ, ਫਰੰਟ ਵੀਲਸ ਦੇ ਨਾਲ ਹੈਂਡ ਬ੍ਰੇਕ ਦਾ ਕੋਈ ਲਿੰਕ ਨਹੀਂ ਹੈ। ਉਹਨਾਂ ਨੇ ਇਹ ਚੀਜ਼ ਦੱਸੀ ਹੈ। ਇਹਦੇ ਅੰਦਰ ਕਿਹੜਾ ਮਕੈਨਿਜ਼ਮ ਹੈ ਉਹ ਅਸੀਂ ਅੱਗੇ ਸਟੱਡੀ ਕਰਦੇ ਹਾਂ, ਵੀ ਕਿਸ ਮਕੈਨਿਜ਼ਮ ਦੇ ਨਾਲ ਲੀਵਰ ਇਹ ਕੰਮ ਕਰਦਾ ਹੈ। ਸੋ ਇਹ ਸੀਗੀ ਕੰਸਟਰਕਸ਼ਨ, ਆਪਾਂ ਇੱਕ ਵਾਰ ਕੰਸਟਰਕਸ਼ਨ ਸਟੱਡੀ ਵੀ ਕਰ ਲੈਂਦੇ ਹਾਂ। A parking brake mechanism is incorporated in the main brake assembly। ਉਹ ਕਹਿੰਦੇ ਜਿੰਨੀਆਂ ਵੀ ਗੱਡੀਆਂ ਦੇ ਵਿੱਚ ਬ੍ਰੇਕ ਅਸੈਂਬਲੀ ਹੁੰਦੀ ਹੈ, ਉਹਦੇ ਵਿੱਚ ਇੱਕ ਪਾਰਕਿੰਗ ਬ੍ਰੇਕ ਮਕੈਨਿਜ਼ਮ ਵੀ ਇੰਪਲੋਏ ਕੀਤਾ ਜਾਂਦਾ ਹੈ। ਠੀਕ ਹੈ, ਆਮ ਜਿਹੜੀਆਂ ਗੱਡੀਆਂ ਹੋਣਗੀਆਂ ਉਹਨਾਂ ਦੇ ਵਿੱਚ ਜਿਹੜੀ ਬ੍ਰੇਕ ਅਸੈਂਬਲੀ ਆਏਗੀ, ਉਸ ਬ੍ਰੇਕ ਅਸੈਂਬਲੀ ਦੇ ਵਿੱਚ ਇੱਕ ਪਾਰਕਿੰਗ ਬ੍ਰੇਕ ਮਕੈਨਿਜ਼ਮ ਵੀ ਅਪਲਾਈ ਕੀਤਾ ਜਾਊਗਾ, ਪਾਰਕਿੰਗ ਬ੍ਰੇਕ ਮਕੈਨਿਜ਼ਮ ਵੀ ਲੱਗਾ ਹੋਏਗਾ, ਜਿਹਨੂੰ ਅਸੀਂ ਹੈਂਡ ਬ੍ਰੇਕ ਕਹਿੰਦੇ ਹਾਂ। ਇਨ ਦਿਸ ਸਿਸਟਮ, ਇਸ ਸਿਸਟਮ ਦੇ ਵਿੱਚ ਕੀ ਹੁੰਦਾ ਹੈ, ਬ੍ਰੇਕ ਸ਼ੂਜ਼ ਆਰ ਪਲੇਸਡ ਇਨਸਾਈਡ ਬ੍ਰੇਕ ਡਰਮ। ਇਸ ਸਿਸਟਮ ਦੇ ਵਿੱਚ ਕੀ ਹੋਏਗਾ, ਜਿਹੜੇ ਬ੍ਰੇਕ ਸ਼ੂ ਹੋਣਗੇ ਉਹ ਬ੍ਰੇਕ ਡਰਮ ਦੇ ਅੰਦਰ ਹੋਣਗੇ। ਅੱਗੇ ਵੀ ਆਪਾਂ ਜਿੰਨੇ ਬ੍ਰੇਕ ਡਰਮ ਵਗੈਰਾ ਪੜ੍ਹੇ ਨੇ, ਤੇ ਬ੍ਰੇਕ ਸ਼ੂ ਜਿਹੜੇ ਸੀਗੇ ਉਹ ਬ੍ਰੇਕ ਡਰਮ ਦੇ ਵਿੱਚ ਹੀ ਸੀਗੇ, ਇਹਦੇ 'ਚ ਵੀ ਉਦਾਂ ਹੀ ਹੈ। Cam type expanding mechanism is fitted to the back plate which expand the brake shoe against the drum while braking। ਕੀ ਕਹਿੰਦੇ ਨੇ ਉਹ, ਕੈਮ ਟਾਈਪ ਐਕਸਪੈਂਡਿੰਗ ਮਕੈਨਿਜ਼ਮ ਹੋਏਗਾ, ਇੱਕ ਮਕੈਨਿਜ਼ਮ ਲੱਗਾ ਹੋਏਗਾ ਜਿਹੜਾ ਕੈਮ ਟਾਈਪ ਹੋਏਗਾ, ਐਕਸਪੈਂਡਿੰਗ ਮਕੈਨਿਜ਼ਮ। ਜਿੱਦਾਂ ਅਸੀਂ ਮਕੈਨੀਕਲ ਬ੍ਰੇਕ 'ਚ ਪੜਿਆ ਸੀਗਾ ਵੀ ਉਹਦੇ 'ਚ ਕੈਮ ਲੱਗੀ ਏ, ਉਹ ਕੈਮ ਕੀ ਕਰਦੀ ਏ, ਬ੍ਰੇਕ ਸ਼ੂ ਨੂੰ ਐਕਸਪੈਂਡ ਕਰਦੀ ਏ। ਬ੍ਰੇਕ ਸ਼ੂ ਜਦੋਂ ਐਕਸਪੈਂਡ ਹੁੰਦੇ ਨੇ ਤੇ ਡਰਮ ਨੂੰ ਰੋਕਣ ਦੀ ਕੋਸ਼ਿਸ਼ ਕਰਦੇ ਨੇ। ਉਹਨਾਂ ਨੇ ਕੀ ਕਿਹਾ ਵੀ ਇੱਕ ਕੈਮ ਟਾਈਪ ਐਕਸਪੈਂਡਿੰਗ ਮਕੈਨਿਜ਼ਮ ਲੱਗਾ ਹੈ ਬੈਕ ਪਲੇਟ ਦੇ ਨਾਲ, ਉਹਨੇ ਕੀ ਕਰਨਾ ਹੈ, ਬ੍ਰੇਕ ਸ਼ੂਜ਼ ਨੂੰ ਡਰਮ ਦੇ ਅਗੇਂਸਟ ਐਕਸਪੈਂਡ ਕਰਾਉਣਾ ਹੈ ਤੇ ਗੱਡੀ ਨੂੰ ਰੋਕਣ ਦੀ ਕੋਸ਼ਿਸ਼ ਕਰਨੀ ਹੈ। ਫਲੈਕਸੀਬਲ ਕੇਬਲਸ ਆਰ ਯੂਜ਼ਡ ਟੂ ਐਕਚੁਏਟ ਦੀ ਐਕਸਪੈਂਡਰ। ਉਹ ਕਹਿੰਦੇ ਫਲੈਕਸੀਬਲ ਕੇਬਲਸ ਯੂਜ਼ ਕੀਤੀਆਂ ਜਾਣਗੀਆਂ ਐਕਸਪੈਂਡਰ ਨੂੰ ਐਕਚੁਏਟ ਕਰਨ ਦੇ ਲਈ, ਐਕਸਪੈਂਡਰ ਨੂੰ ਐਕਟੀਵੇਟ ਕਰਨ ਦੇ ਲਈ। ਐਕਚੁਏਟ ਹੁੰਦਾ ਕਿਸੇ ਚੀਜ਼ ਨੂੰ ਸਟਾਰਟ ਕਰਨਾ, ਕਿਸੇ ਚੀਜ਼ ਨੂੰ ਐਕਟੀਵੇਟ ਕਰਨਾ। ਉਹਨਾਂ ਦੇ ਲਈ ਕੀ ਯੂਜ਼ ਕੀਤਾ ਜਾਏਗਾ, ਫਲੈਕਸੀਬਲ ਕੇਬਲਸ ਯੂਜ਼ ਕੀਤੀਆਂ ਜਾਣਗੀਆਂ। ਫਲੈਕਸੀਬਲ ਕੇਬਲਸ ਆਰ ਫਰਦਰ ਅਟੈਚ ਟੂ ਦੀ ਹੈਂਡ ਬ੍ਰੇਕ ਲੀਵਰ। ਜਿਹੜੀਆਂ ਫਲੈਕਸੀਬਲ ਕੇਬਲਸ ਨੇ, ਇਹ ਜਿਹੜੀਆਂ ਕੇਬਲ ਦਿਖਾਈਆਂ ਸੀਗੀਆਂ, ਉਹ ਅੱਗੇ ਫਰਦਰ ਕਿਹਦੇ ਨਾਲ ਅਟੈਚ ਹੋਣਗੀਆਂ, ਹੈਂਡ ਬ੍ਰੇਕ ਲੀਵਰ ਦੇ ਨਾਲ ਅਟੈਚ ਹੋਣਗੀਆਂ। ਫਲੈਕਸੀਬਲ ਕੇਬਲਸ ਆਰ ਫਰਦਰ ਅਟੈਚ ਟੂ ਦੀ ਹੈਂਡ ਬ੍ਰੇਕ ਲੀਵਰ। ਸੋ ਕਲੀਅਰ ਹੋ ਗਿਆ ਜੀ, ਵੀ ਜਿਹੜੀਆਂ ਫਲੈਕਸੀਬਲ ਕੇਬਲ ਹੋਣਗੀਆਂ, ਫਲੈਕਸੀਬਲ ਕੇਬਲਸ ਹੋਣਗੀਆਂ, ਉਹ ਅਟੈਚ ਕਿਹਦੇ ਨਾਲ ਹੋਣਗੀਆਂ, ਹੈਂਡ ਬ੍ਰੇਕ ਲੀਵਰ ਦੇ ਨਾਲ। ਅੱਗੋਂ ਕੀ ਕਹਿੰਦੇ ਹੋ, ਹੈਂਡ ਬ੍ਰੇਕ ਲੀਵਰ ਇਜ਼ ਫਿਟਡ ਔਨ ਦੀ ਸਾਈਡ ਆਫ ਦੀ ਡਰਾਈਵਰ। ਜਿਹੜਾ ਹੈਂਡ ਬ੍ਰੇਕ ਲੀਵਰ ਹੋਏਗਾ ਉਹ ਕਿੱਥੇ ਫਿੱਟ ਹੋਏਗਾ, ਉਹ ਫਿੱਟ ਹੋਏਗਾ ਡਰਾਈਵਰ ਦੀ ਇੱਕ ਸਾਈਡ ਤੇ। ਮੋਸਟਲੀ ਆਪਾਂ ਜੇ ਇੰਡੀਆ ਦੀ ਗੱਲ ਕਰਦੇ ਹਾਂ ਤੇ ਇੰਡੀਆ ਦੇ ਵਿੱਚ ਡਰਾਈਵਰ ਦੇ ਲੈਫਟ ਸਾਈਡ ਤੇ ਹੈਂਡ ਬ੍ਰੇਕ ਲੀਵਰ ਫਿੱਟ ਕੀਤਾ ਜਾਂਦਾ ਹੈ। ਠੀਕ ਹੈ, ਤੁਸੀਂ ਦੇਖਿਆ ਹੀ ਹੋਏਗਾ ਵੀ ਜਦੋਂ ਬੰਦਾ ਗੱਡੀ ਡਰਾਈਵ ਕਰਦਾ ਉਹਦੇ ਲੈਫਟ ਹੈਂਡ ਸਾਈਡ ਤੇ ਹੈਂਡ ਬ੍ਰੇਕ ਦਾ ਕੰਟਰੋਲ ਹੁੰਦਾ ਹੈ, ਦੋਨਾਂ ਸੀਟਾਂ ਦੇ ਵਿਚਕਾਰ ਹੈਂਡ ਬ੍ਰੇਕ ਲੱਗੀ ਹੁੰਦੀ ਹੈ। ਇਹ ਰੈਚੇਟ ਐਂਡ ਪੌਲਸ ਇਜ਼ ਐਟ ਇਟਸ ਬੇਸ। ਜਿਹੜਾ ਹੈਂਡ ਬ੍ਰੇਕ ਲੀਵਰ ਫਿੱਟ ਹੋਏਗਾ ਉਹਦੇ ਨੀਚੇ ਜਿਹੜਾ ਮਕੈਨਿਜ਼ਮ ਲੱਗਾ ਹੋਏਗਾ, ਉਸ ਮਕੈਨਿਜ਼ਮ ਨੂੰ ਅਸੀਂ ਕਹਿੰਦੇ ਹਾਂ ਰੈਚੇਟ ਐਂਡ ਪੌਲ। ਠੀਕ ਹੈ, ਰੈਚੇਟ ਐਂਡ ਪੌਲਸ ਇਜ਼ ਐਟ ਇਟਸ ਬੇਸ। ਇਹ ਬਾਕੀ ਚੀਜ਼ ਤੇ ਤੁਹਾਨੂੰ ਸਾਰੀ ਸਮਝ ਲੱਗ ਗਈ ਹੋਏਗੀ। ਹੁਣ ਜਿਹੜੀ ਚੀਜ਼ ਨਹੀਂ ਸਮਝ ਲੱਗੀ ਉਹ ਹੈ ਜੀ ਰੈਚੇਟ ਐਂਡ ਪੌਲ ਮਕੈਨਿਜ਼ਮ। ਰੈਚੇਟ ਐਂਡ ਪੌਲ ਮਕੈਨਿਜ਼ਮ ਕੀ ਹੈ,
ਉਹ ਡਿਸਕਸ ਕਰਨ ਤੋਂ ਪਹਿਲਾਂ ਆਪਾਂ ਇੱਕ ਵਾਰੀ ਇਹਦੀ ਕੰਸਟਰਕਸ਼ਨ ਦੇਖ ਲਈਏ। ਉਹ ਕੀ ਕਹਿੰਦੇ ਵੀ ਜਿਹੜੀ ਮੇਨ ਬ੍ਰੇਕ ਅਸੈਂਬਲੀ ਸੀਗੀ ਉਹਦੇ ਵਿੱਚ ਇੱਕ ਹੈਂਡ ਬ੍ਰੇਕ ਜਾਂ ਪਾਰਕਿੰਗ ਬ੍ਰੇਕ ਆਪਾਂ ਇੰਟਰੋਡਿਊਸ ਕਰਾਵਾਂਗੇ, ਲੱਗੀ ਹੋਏਗੀ। ਇਹਦੇ 'ਚ ਕੀ ਹੋਏਗਾ ਵੀ ਬ੍ਰੇਕ ਸ਼ੂ ਜਿਹੜੇ ਨੇ ਡਰਮ ਦੇ ਅੰਦਰ ਪਏ ਹੋਣਗੇ, ਉਹ ਤੇ ਬਾਕੀਆਂ 'ਚ ਵੀ ਇਦਾਂ ਹੀ ਹੁੰਦਾ ਮਕੈਨੀਕਲ ਬ੍ਰੇਕ ਦੇ ਵਿੱਚ। ਇੱਕ ਕੈਮ ਲੱਗੀ ਹੋਏਗੀ, ਉਹ ਕੈਮ ਕੀ ਕਰੇਗੀ, ਐਕਸਪੈਂਡ ਕਰੇਗੀ ਜਦੋਂ ਆਪਾਂ ਬ੍ਰੇਕ ਲਗਾਵਾਂਗੇ, ਤੇ ਉਹਦੇ ਲਈ ਫਲੈਕਸੀਬਲ ਕੇਬਲਸ ਯੂਜ਼ ਕੀਤੀਆਂ ਜਾਣਗੀਆਂ ਐਕਚੁਏਟ ਕਰਨ ਦੇ ਲਈ ਐਕਸਪੈਂਡਰ ਨੂੰ। ਉਹ ਫਲੈਕਸੀਬਲ ਕੇਬਲਸ ਕੀ ਹੋਣਗੀਆਂ, ਹੈਂਡ ਬ੍ਰੇਕ ਲੀਵਰ ਦੇ ਨਾਲ ਕੇ ਜੁੜੀਆਂ ਹੋਣਗੀਆਂ, ਤੇ ਹੈਂਡ ਬ੍ਰੇਕ ਲੀਵਰ ਕਿੱਥੇ ਹੋਏਗਾ, ਡਰਾਈਵਰ ਦੇ ਇੱਕ ਸਾਈਡ ਤੇ ਹੋਏਗਾ। ਹੁਣ ਆਪਾਂ ਗੱਲ ਕਰਦੇ ਹਾਂ ਰੈਚਟ ਐਂਡ ਪੌਲ। ਉਹ ਕੀ ਚੀਜ਼ ਹੈ, ਇਹ ਦੇਖੋ ਇਸ ਡਾਇਗਰਾਮ ਦੇ ਵਿੱਚ ਕਲੀਅਰ ਕੀਤਾ ਗਿਆ ਵੀ ਰੈਚਟ ਐਂਡ ਪੌਲ ਕੀ ਚੀਜ਼ ਹੈ। ਇਹ ਇੱਕ ਵੀਲ ਹੈ ਜਿਹਨੂੰ ਅਸੀਂ ਰੈਚਟ ਕਹਿੰਦੇ ਆ। ਰੈਚਟ ਮਤਲਬ ਇਹਦੇ ਉੱਤੇ ਏਦਾਂ ਟੀਥ ਬਣੇ ਹੋਏ ਨੇ, ਠੀਕ ਹੈ। ਇਹ ਕੀ ਕਰਦਾ ਪਿਆ, ਇਸ ਡਾਇਰੈਕਸ਼ਨ ਦੇ ਵਿੱਚ ਐਂਟੀ ਕਲੋਕਵਾਈਜ਼ ਡਾਇਰੈਕਸ਼ਨ ਦੇ ਵਿੱਚ ਰੋਟੇਟ ਕਰਦਾ ਪਿਆ, ਠੀਕ ਹੈ ਜੀ। ਇਹ ਪੌਲ ਨੇ ਕੀ ਕੀਤਾ ਹੋਇਆ, ਇਹ ਪੌਲ ਕੀ ਕਰਦਾ ਪਿਆ, ਇਹਨੂੰ ਇੱਧਰ ਤੇ ਰੋਟੇਟ ਕਰਨ ਦੇ ਰਿਹਾ, ਇਸ ਸਾਈਡ ਨੂੰ ਤੇ ਰੋਟੇਟ ਕਰਨ ਦੇ ਰਿਹਾ, ਬਟ ਉਹਦੇ ਆਪੋਜ਼ਿਟ ਡਾਇਰੈਕਸ਼ਨ ਦੇ ਵਿੱਚ ਰੋਟੇਟ ਨਹੀਂ ਕਰਨ ਦੇ ਰਿਹਾ। ਉਹਦੇ ਆਪੋਜ਼ਿਟ ਡਾਇਰੈਕਸ਼ਨ ਦੇ ਵਿੱਚ ਇਹ ਚੀਜ਼ ਕਦੋਂ ਰੋਟੇਟ ਕਰੇਗੀ, ਜਦੋਂ ਅਸੀਂ ਇਹ ਪੌਲ ਨੂੰ ਉੱਪਰ ਲਿਫਟ ਕਰਾਂਗੇ। ਅਸੀਂ ਜਿੱਦਾਂ ਹੀ ਪੌਲ ਨੂੰ ਉੱਪਰ ਲਿਫਟ ਕਰਾਂਗੇ, ਇਹ ਚੀਜ਼ ਆਪੋਜ਼ਿਟ ਡਾਇਰੈਕਸ਼ਨ ਦੇ ਵਿੱਚ ਘੁੰਮ ਸਕਦੀ ਹੈ, ਠੀਕ ਹੈ। ਸਪਰਿੰਗ ਕਿਉਂ ਲਗਾਇਆ ਗਿਆ ਵੀ ਜਦੋਂ ਆਪਾਂ ਇਸ ਚੀਜ਼ ਨੂੰ ਉੱਪਰ ਲਿਫਟ ਕਰੀਏ ਤੇ ਲਿਫਟ ਕਰਕੇ ਛੱਡੀਏ ਤੇ ਸਪਰਿੰਗ ਉਹਨੂੰ ਵਾਪਸ ਆਪਣੀ ਜਗ੍ਹਾ ਤੇ ਲੈ ਆਵੇ। ਇਹ ਚੀਜ਼ ਹੈ ਜਿਹੜੀ ਆਪਾਂ ਹੈਂਡ ਬ੍ਰੇਕ ਦੇ ਵਿੱਚ ਯੂਜ਼ ਕਰਦੇ ਹਾਂ, ਰੈਚਟ ਐਂਡ ਪੌਲ ਮੈਕੈਨਿਜ਼ਮ। ਜੇ ਆਪਾਂ ਇੱਧਰ ਦੀ ਗੱਲ ਕਰਦੇ ਹਾਂ, ਇਹਦੇ 'ਚ ਕੀ ਹੋਏਗਾ, ਰੋਟੇਸ਼ਨ ਇਨ ਦਿਸ ਡਾਇਰੈਕਸ਼ਨ ਪ੍ਰੀਵੈਂਟਡ ਬਾਈ ਦੀ ਪੌਲ। ਮਤਲਬ ਉਹ ਕੀ ਕਹਿੰਦੇ ਨੇ ਵੀ ਇਸ ਡਾਇਰੈਕਸ਼ਨ ਦੇ ਵਿੱਚ ਇਸ ਵੀਲ ਨੇ ਈਜ਼ੀਲੀ ਮੂਵ ਕਰਨਾ ਹੈ। ਜੇ ਕਲੋਕਵਾਈਜ਼ ਘੁਮਾਉਣ ਦੀ ਕੋਸ਼ਿਸ਼ ਕਰਾਂਗੇ, ਪੌਲ ਨੇ ਕੀ ਕਰਨਾ ਹੈ, ਪੌਲ ਨੇ ਅੱਗੇ ਆ ਕੇ ਇਹਨੂੰ ਰੋਟੇਟ ਨਹੀਂ ਹੋਣ ਦੇਣਾ, ਠੀਕ ਹੈ। ਰੈਚਟ ਜਿਹੜਾ ਉਹ ਇੱਧਰ ਨੂੰ ਰੋਟੇਟ ਕਰੇਗਾ ਜੇ ਪੌਲ ਇੱਧਰ ਹੈ, ਪੌਲ ਨੇ ਉਹਨੂੰ ਰੋਕਿਆ ਹੋਇਆ ਤੇ ਉਹ ਇੱਧਰ ਨੂੰ ਤਾਂ ਰੋਟੇਟ ਕਰਨ ਦੇਗਾ, ਬਟ ਕਲੋਕਵਾਈਜ਼ ਡਾਇਰੈਕਸ਼ਨ ਦੇ ਵਿੱਚ ਉਹਨੂੰ ਰੋਟੇਟ ਨਹੀਂ ਕਰਨ ਦੇਗਾ। ਕਿਉਂ ਨਹੀਂ ਕਰਨ ਦੇਗਾ, ਕਿਉਂਕਿ ਪੌਲ ਨੇ ਕੀ ਕੀਤਾ, ਉਹਨੂੰ ਅੱਗੇ ਰੋਕ ਲਿਆ, ਘੁੰਮਣ ਨਹੀਂ ਦਿੱਤਾ। ਸੋ ਅਸੀਂ ਇਹਨੂੰ ਕਹਿੰਦੇ ਹਾਂ ਰੈਚਟ ਐਂਡ ਪੌਲ ਮੈਕੈਨਿਜ਼ਮ। ਇਹੀ ਰੈਚਟ ਐਂਡ ਪੌਲ ਮੈਕੈਨਿਜ਼ਮ ਯੂਜ਼ ਹੁੰਦਾ ਜੀ ਹੈਂਡ ਬ੍ਰੇਕ ਦੇ ਵਿੱਚ। ਹੈਂਡ ਬ੍ਰੇਕ ਕੀ ਕਰਦੀ ਹੈ, ਜਦੋਂ ਅਸੀਂ ਹੈਂਡ ਬ੍ਰੇਕ ਅਪਲਾਈ ਕਰ ਦਿੰਦੇ ਹਾਂ ਨਾ, ਤੇ ਹੈਂਡ ਬ੍ਰੇਕ ਜਦੋਂ ਅਸੀਂ ਅਪਲਾਈ ਕਰ ਦਿੰਦੇ ਹਾਂ, ਉਦੋਂ ਇਸ ਚੀਜ਼ ਨੇ ਕੀ ਕਰਨਾ ਹੈ, ਪੌਲ ਨੇ ਕੀ ਕਰਨਾ ਹੈ, ਇਸ ਚੀਜ਼ ਨੂੰ ਘੁੰਮਣ ਨਹੀਂ ਦੇਣਾ। ਜੇ ਇਹ ਚੀਜ਼ ਘੁੰਮੇਗੀ ਨਹੀਂ ਤੇ ਸਾਡਾ ਵਹੀਕਲ ਜਿਹੜਾ ਹੈ ਉਹ ਆਪਣੀ ਜਗ੍ਹਾ ਤੇ ਅੜਿਆ ਰਹੇਗਾ, ਆਪਣੀ ਜਗ੍ਹਾ ਤੋਂ ਹਿੱਲੇਗਾ ਨਹੀਂ। ਇਹ ਰੈਚਟ ਐਂਡ ਪੌਲ ਮੈਕੈਨਿਜ਼ਮ ਅਸੀਂ ਯੂਜ਼ ਕਰਦੇ ਹਾਂ ਗੱਡੀ ਦੇ ਵਿੱਚ। ਜੇ ਅਸੀਂ ਹੈਂਡ ਬ੍ਰੇਕ ਦੀ ਵਰਕਿੰਗ ਦੀ ਗੱਲ ਕਰਦੇ ਹਾਂ, ਉਹ ਕੀ ਕਹਿੰਦੇ ਨੇ, when the handbrake lever is pulled, the pole gets locked in the ratchet and the lever and brake mechanism remains in the locked position। ਕਹਿੰਦੇ ਜਦੋਂ ਹੈਂਡ ਬ੍ਰੇਕ ਦੇ ਲੀਵਰ ਨੂੰ ਪੁੱਲ ਕੀਤਾ ਜਾਂਦਾ ਹੈ, ਆਪਾਂ ਜਦੋਂ ਹੈਂਡ ਬ੍ਰੇਕ ਨੂੰ ਖਿੱਚਦੇ ਹਾਂ, ਉੱਪਰ ਨੂੰ ਖਿੱਚਦੇ ਹਾਂ, ਹੈਂਡ ਬ੍ਰੇਕ ਨੋਰਮਲੀ ਲੋਅਰ ਪੋਜੀਸ਼ਨ 'ਚ ਹੁੰਦੀ ਹੈ, ਜਦੋਂ ਅਸੀਂ ਹੈਂਡ ਬ੍ਰੇਕ ਲੀਵਰ ਨੂੰ ਉੱਪਰ ਨੂੰ ਖਿੱਚਦੇ ਹਾਂ, ਦੀ ਪੋਲ ਗੈਟਸ ਲੌਕਡ ਇਨ ਦੀ ਰੈਚਟ ਐਂਡ ਦੀ ਲੀਵਰ and the brake mechanism remains in the locked position। ਵੈਸੇ ਪੌਲ ਜਿਹੜਾ ਹੈ ਉਹ ਨੀਚੇ ਹੋਏਗਾ, ਜਦੋਂ ਅਸੀਂ ਹੈਂਡ ਬ੍ਰੇਕ ਨੂੰ ਖਿੱਚਾਂਗੇ, ਹੈਂਡ ਬ੍ਰੇਕ ਨੂੰ ਖਿੱਚਣ ਦੇ ਨਾਲ ਕੀ ਹੋਏਗਾ, ਇਹ ਇਸ ਪੋਜੀਸ਼ਨ ਦੇ ਵਿੱਚ ਆ ਜਾਏਗਾ। ਪੌਲ ਜਿਹੜਾ ਹੋਏਗਾ ਉਹ ਰੈਚਟ ਨੂੰ ਇੱਕ ਜਗ੍ਹਾ ਤੇ ਲੌਕ ਕਰ ਦੇਗਾ, ਠੀਕ ਹੈ। ਜਦੋਂ ਅਸੀਂ ਹੈਂਡ ਬ੍ਰੇਕ ਨੂੰ ਖਿੱਚਾਂਗੇ ਉਦੋਂ ਐਦਾਂ ਦੀ ਕੰਡੀਸ਼ਨ ਪੈਦਾ ਹੋ ਜਾਏਗੀ। ਐਦਾਂ ਦੀ ਕੰਡੀਸ਼ਨ ਪੈਦਾ ਹੋਣ ਦਾ ਮਤਲਬ ਕੀ ਹੈ, ਪੌਲ ਜਿਹੜਾ ਹੈ ਉਹ ਰੈਚਟ ਦੇ ਵਿੱਚ ਫਸ ਜਾਏਗਾ। ਪੌਲ ਕੀ ਕਰੇਗਾ, ਰੈਚਟ ਦੀ ਮੂਵਮੈਂਟ ਨੂੰ ਫਿਰ ਰੋਕ ਦੇਗਾ। For unlocking or releasing the parking brake, the pole is pushed by a button or another lever and the lever is pushed back। ਜੇ ਆਪਾਂ ਇੱਕ ਵਾਰ ਬ੍ਰੇਕ ਲਗਾਤੀ, ਪਾਰਕਿੰਗ ਬ੍ਰੇਕ ਲਗਾਤੀ, ਅਸੀਂ ਉਹਨੂੰ ਰਿਲੀਜ਼ ਕਰਨਾ ਚਾਹੁੰਦੇ ਹਾਂ, ਉਹਨੂੰ ਅਸੀਂ ਹਟਾਉਣਾ ਚਾਹੁੰਦੇ ਹਾਂ, ਉਹਦੇ ਲਈ ਸਾਨੂੰ ਕੀ ਕਰਨਾ ਪਏਗਾ, ਪੌਲ ਇਜ਼ ਪੁਸ਼ਡ ਬਾਏ ਏ ਬਟਨ। ਉਸ ਹੈਂਡ ਬ੍ਰੇਕ ਦੇ ਲੀਵਰ ਤੇ ਇੱਕ ਬਟਨ ਲੱਗਾ ਹੁੰਦਾ ਹੈ, ਸਾਨੂੰ ਉਸ ਬਟਨ ਨੂੰ ਪ੍ਰੈਸ ਕਰਨਾ ਪਏਗਾ। ਬਟਨ ਨੂੰ ਪ੍ਰੈਸ ਕਰਕੇ ਲੀਵਰ ਨੂੰ ਵਾਪਸ ਆਪਣੀ ਜਗ੍ਹਾ ਤੇ ਲੈ ਕੇ ਆਉਣਾ ਪਏਗਾ। ਜਦੋਂ ਅਸੀਂ ਲੀਵਰ ਨੂੰ ਵਾਪਸ ਆਪਣੀ ਜਗ੍ਹਾ ਤੇ ਲੈ ਆਵਾਂਗੇ ਬਟਨ ਨੂੰ ਪ੍ਰੈਸ ਕਰਕੇ, ਇਹ ਪੌਲ ਜਿਹੜਾ ਇਹ ਨੀਚੇ ਚਲਾ ਜਾਏਗਾ, ਪਿੱਛੇ ਹਟ ਜਾਏਗਾ, ਤੇ ਇਹ ਵਾਲੀ ਚੀਜ਼ ਜਿਹੜੀ ਹੈ ਰੈਚਟ ਜਿਹੜਾ ਇਹ ਰੋਟੇਟ ਕਰਨਾ ਸਟਾਰਟ ਕਰ ਦੇਗਾ ਕਿਸੇ ਵੀ ਡਾਇਰੈਕਸ਼ਨ ਦੇ ਵਿੱਚ ਬੜੀ ਈਜ਼ੀਲੀ। As shown in figure, handbrake lever operates two cables। ਜਿੱਦਾਂ ਕਿ ਫਿਗਰ 'ਚ ਦਿਖਾਇਆ ਗਿਆ ਹੈ ਵੀ ਹੈਂਡ ਬ੍ਰੇਕ ਦਾ ਜਿਹੜਾ ਲੀਵਰ ਹੈ ਉਹ ਦੋ ਕੇਬਲਸ ਨੂੰ ਆਪਰੇਟ ਕਰਦਾ ਹੈ, ਦੋਨੋਂ ਕੇਬਲਸ ਨੂੰ ਪਾਵਰ ਭੇਜਦਾ ਹੈ, ਜੋ ਵੀ ਭੇਜਦਾ ਦੋਨੋਂ ਕੇਬਲਸ ਨੂੰ ਭੇਜਦਾ ਹੈ। ਈਚ ਕੇਬਲ ਐਕਚੁਏਟ ਦੀ ਐਕਸਪੈਂਡਰ ਮੈਕੈਨਿਜ਼ਮ ਆਫ ਈਚ ਰੀਅਰ ਬ੍ਰੇਕ।
ਹਰ ਇੱਕ ਕੇਬਲ ਦਾ ਕੰਮ ਕੀ ਹੈ, ਉਹਨੇ ਐਕਚੁਏਟ ਕਰਨਾ ਹੈ, ਕੀ ਚੀਜ਼ ਨੂੰ ਐਕਚੁਏਟ ਕਰਨਾ ਹੈ, ਜਿਹੜਾ ਐਕਸਪੈਂਡਰ ਲੱਗਾ ਹੈ, ਹਰ ਬ੍ਰੇਕ ਦੇ ਵਿੱਚ ਇੱਕ ਐਕਸਪੈਂਡਰ ਲੱਗਾ ਹੈ, ਉਹਨੇ ਐਕਸਪੈਂਡਰ ਨੂੰ ਕੀ ਕਰਨਾ ਹੈ, ਐਕਚੁਏਟ ਕਰਨਾ ਹੈ ਤੇ ਸਾਡੀ ਹੈਂਡ ਬ੍ਰੇਕ ਨੂੰ ਅਪਲਾਈ ਕਰਨਾ ਹੈ। ਸੋ ਵਰਕਿੰਗ ਦੇ ਵਿੱਚ ਉਹਨਾਂ ਨੇ ਕੀ ਕਿਹਾ ਵੀ ਜਦੋਂ ਵੀ ਆਪਾਂ ਲੀਵਰ ਨੂੰ ਪੁੱਲ ਕਰਾਂਗੇ, ਪੌਲ ਜਿਹੜਾ ਰੈਚਟ ਦੇ ਵਿੱਚ ਲੋਕ ਹੋ ਜਾਏਗਾ। ਜਦੋਂ ਪੌਲ ਰੈਚਟ ਦੇ ਵਿੱਚ ਲੋਕ ਹੋ ਗਿਆ, ਸਾਡੀ ਗੱਡੀ ਇੱਕ ਜਗ੍ਹਾ ਤੇ ਲੌਕਡ ਪੋਜੀਸ਼ਨ 'ਚ ਆ ਗਈ, ਉੱਥੋਂ ਫਿਰ ਮੂਵ ਨਹੀਂ ਕਰ ਸਕਦੀ। ਜੇ ਆਪਾਂ ਰਿਲੀਜ਼ ਕਰਨਾ ਚਾਹੁੰਦੇ ਆ ਪਾਰਕਿੰਗ ਬ੍ਰੇਕ ਨੂੰ, ਉਹਦੇ ਲਈ ਸਾਨੂੰ ਕੀ ਕਰਨਾ ਪਏਗਾ, ਆਪਣੇ ਜਿਹੜਾ ਪੌਲ ਹੈ ਜਾਂ ਜਿਹੜਾ ਬ੍ਰੇਕਿੰਗ ਲੀਵਰ ਹੈ, ਉਹਦੇ ਤੇ ਇੱਕ ਬਟਨ ਲੱਗਾ, ਉਹਨੂੰ ਪ੍ਰੈਸ ਕਰਕੇ ਲੀਵਰ ਨੂੰ ਵਾਪਸ ਆਪਣੀ ਜਗ੍ਹਾ ਤੇ ਰੱਖਣਾ ਪਏਗਾ। ਜਦੋਂ ਲੀਵਰ ਨੂੰ ਅਸੀਂ ਵਾਪਸ ਆਪਣੀ ਜਗ੍ਹਾ ਤੇ ਰੱਖ ਦੇਵਾਂਗੇ, ਬ੍ਰੇਕ ਸਾਡੇ ਰਿਲੀਜ਼ ਹੋ ਜਾਏਗੀ। ਜਿੱਦਾਂ ਫਿਗਰ 'ਚ ਦਿਖਾਇਆ ਗਿਆ, ਬ੍ਰੇਕ ਲੀਵਰ 'ਚ ਦੋ ਕੇਬਲ ਨਿਕਲੀਆਂ, ਉਹਨਾਂ ਦੋ ਕੇਬਲਸ ਨੇ ਕੀ ਕੀਤਾ, ਇੱਕ ਆਪਣੇ ਆਪਣੇ ਐਕਸਪੈਂਡਰ ਨੂੰ ਐਕਸਪੈਂਡ ਕਰਕੇ ਕੇਬਲ ਨੂੰ ਐਕਚੁਏਟ ਕਰਵਾਇਆ, ਆਪਣੇ ਮਕੈਨਿਜ਼ਮ ਨੂੰ ਐਕਚੁਏਟ ਕਰਾਇਆ ਤੇ ਬ੍ਰੇਕ ਆਪਾਂ ਯੂਜ਼ ਕੀਤੀ। ਹੁਣ ਆਪਾਂ ਗੱਲ ਕਰਦੇ ਹਾਂ ਯੂਜ਼ ਆਫ ਹੈਂਡ ਬ੍ਰੇਕ ਦੀ, ਵੀ ਹੈਂਡ ਬ੍ਰੇਕ ਦਾ ਕੰਮ ਕੀ ਹੈ। ਦੀ ਹੈਂਡ ਬ੍ਰੇਕਸ ਆਰ ਯੂਜ਼ਡ ਇਨ ਆਲ ਟਾਈਪਸ ਆਫ ਕਾਰਸ ਐਂਡ ਅਦਰ ਮੋਟਰ ਵਹੀਕਲ। ਜਿਹੜੀ ਹੈਂਡ ਬ੍ਰੇਕ ਹੈ ਉਹ ਹਰ ਕਾਰ ਦੇ ਵਿੱਚ ਯੂਜ਼ ਹੁੰਦੀ ਹੈ, ਤੇ ਹੋਰ ਜਿੰਨੇ ਵੀ ਤਰ੍ਹਾਂ ਦੇ ਮੋਟਰ ਵਹੀਕਲ ਆਉਂਦੇ ਨੇ ਸਾਰਿਆਂ ਦੇ ਵਿੱਚ ਹੈਂਡ ਬ੍ਰੇਕ ਯੂਜ਼ ਹੁੰਦੀ ਹੈ। ਦਿਸ ਇਜ਼ ਕੰਪਲਸਰੀ ਐਜ਼ ਪਰ ਮੋਟਰ ਵਹੀਕਲ ਐਕਟ। ਜੇ ਆਪਾਂ ਮੋਟਰ ਵਹੀਕਲ ਐਕਟ ਦੀ ਗੱਲ ਕਰਦੇ ਹਾਂ, ਤੇ ਮੋਟਰ ਵਹੀਕਲ ਐਕਟ ਦੇ ਅਕੋਰਡਿੰਗ ਇਹ ਹਰ ਗੱਡੀ ਦੇ ਵਿੱਚ ਕੰਪਲਸਰੀ ਹੈ। ਮੋਟਰ ਵਹੀਕਲ ਐਕਟ ਕੀ ਹੁੰਦਾ ਹੈ, ਇਹ ਤੁਸੀਂ ਨੈਕਸਟ ਸਮੈਸਟਰ ਦੇ ਵਿੱਚ ਪੜੋਗੇ। 6th ਸਮੈਸਟਰ ਦੇ ਵਿੱਚ ਤੁਹਾਨੂੰ ਇੱਕ ਸਬਜੈਕਟ ਲੱਗੇਗਾ, ਮੋਟਰ ਵਹੀਕਲ ਐਕਟ ਐਂਡ ਟਰਾਂਸਪੋਰਟ ਮੈਨੇਜਮੈਂਟ। ਮੋਟਰ ਵਹੀਕਲ ਐਕਟ ਐਂਡ ਟਰਾਂਸਪੋਰਟ ਮੈਨੇਜਮੈਂਟ ਦਾ ਮਤਲਬ ਕੀ ਹੈ, ਤੁਹਾਡੇ ਲਈ ਵਰਡ ਨਵਾਂ ਹੋਏਗਾ ਕਿਉਂਕਿ ਤੁਸੀਂ ਪਹਿਲੇ ਨਹੀਂ ਸਟੱਡੀ ਕੀਤਾ ਹੋਏਗਾ। ਜਦੋਂ ਅਸੀਂ ਡਰਾਈਵ ਕਰਦੇ ਹਾਂ ਨਾ, ਤੇ ਸਾਨੂੰ ਕੁਝ ਰੂਲਸ ਨੂੰ ਫੋਲੋ ਕਰਨਾ ਪੈਂਦਾ ਹੈ। ਉਹ ਰੂਲਸ ਤੁਸੀਂ ਪੜ੍ਹੇ ਵੀ ਹੋਣਗੇ, ਸੁਣੇ ਵੀ ਹੋਣਗੇ, ਦੇਖੇ ਵੀ ਹੋਣਗੇ। ਉਹ ਰੂਲਸ ਜਿਹੜੇ ਐਕਟ ਦੇ ਅੰਡਰ ਨੇ ਨਾ, ਜਿਹੜੇ ਲਾਅ ਦੇ ਅੰਡਰ ਨੇ, ਉਹਨੂੰ ਅਸੀਂ ਕਹਿੰਦੇ ਆ ਮੋਟਰ ਵਹੀਕਲ ਐਕਟ। ਸਾਡੀ ਆਰਸੀ ਕਿੱਦਾਂ ਬਣਦੀ ਹੈ, ਸਾਡਾ ਲਾਇਸੈਂਸ ਕਿੱਦਾਂ ਬਣਦਾ ਹੈ, ਅਸੀਂ ਵਹੀਕਲ ਨੂੰ ਫਾਈਨਾਂਸ ਕਿੱਦਾਂ ਕਰਾਉਂਦੇ ਆ, ਅਸੀਂ ਜਦੋਂ ਐਕਸੀਡੈਂਟ ਹੋ ਜਾਂਦਾ ਸਾਡਾ, ਸਾਨੂੰ ਕਲੇਮ ਕਿੱਦਾਂ ਮਿਲਦਾ ਹੈ, ਕਿੰਨਾ ਕਲੇਮ ਮਿਲਣਾ ਹੈ। ਜੇ ਐਕਸੀਡੈਂਟ 'ਚ ਅਸੀਂ ਕਿਸੇ ਬੰਦੇ ਦੀ ਡੈਥ ਕਰ ਦਿੱਤੀ, ਮਾਰਤਾ ਕਿਸੇ ਨੂੰ, ਉਹਨੂੰ ਕਿੰਨਾ ਕਲੇਮ ਮਿਲੇਗਾ, ਉਹ ਸਾਰਾ ਜਿਹੜਾ ਨਾ ਉਹ ਅਸੀਂ ਮੋਟਰ ਵਹੀਕਲ ਐਕਟ ਦੇ ਵਿੱਚ ਸਟੱਡੀ ਕਰਦੇ ਹਾਂ। ਮੋਟਰ ਵਹੀਕਲ ਐਕਟ ਵੀ ਮਤਲਬ ਹਰ ਇੱਕ ਗੱਡੀ ਵਾਸਤੇ ਉਹਨਾਂ ਨੇ ਇੱਕ ਐਕਟ ਬਣਾ ਦਿੱਤਾ ਬਈ ਉਹ ਗੱਡੀ ਨੂੰ ਚੱਲਣ ਦੇ ਲਈ ਫਿਟਨੈਸ ਸਰਟੀਫਿਕੇਟ ਚਾਹੀਦਾ ਹੈ, ਉਹ ਕਿੱਦਾਂ ਬਣੇਗਾ, ਆਰਸੀ ਕਿੱਦਾਂ ਰੀਨਿਊ ਹੋਏਗੀ, ਆਪਾਂ ਗੱਡੀ ਨੂੰ ਫਾਈਨਾਂਸ ਕਿੱਦਾਂ ਕਰਾਂਗੇ, ਇੰਸ਼ੋਰੈਂਸ ਕੀ ਹੁੰਦੀ ਹੈ, ਕਿੰਨੇ ਤਰ੍ਹਾਂ ਦੀ ਇੰਸ਼ੋਰੈਂਸ ਹੁੰਦੀ ਹੈ, ਸਰਵੇਅਰ ਕੀ ਕਰਦਾ ਹੈ, ਇਹ ਸਾਰਾ ਕੁਝ ਅਸੀਂ ਮੋਟਰ ਵਹੀਕਲ ਐਕਟ ਦੇ ਵਿੱਚ ਪੜਾਂਗੇ। ਬਟ ਉਹ ਅਸੀਂ ਨੈਕਸਟ ਸਮੈਸਟਰ ਦੇ ਵਿੱਚ ਸਟੱਡੀ ਕਰਾਂਗੇ। ਫਿਲਹਾਲ ਲਈ ਅੱਜ ਲਈ ਆਪਾਂ ਪੜਿਆ ਸੀਗਾ ਹੈਂਡ ਬ੍ਰੇਕ। ਹੈਂਡ ਬ੍ਰੇਕ 'ਚ ਅਸੀਂ ਪਹਿਲੇ ਹੈਂਡ ਬ੍ਰੇਕ ਦੀ ਇੰਟਰੋਡਕਸ਼ਨ ਪੜ੍ਹੀ, ਫਿਰ ਆਪਾਂ ਕੰਸਟਰਕਸ਼ਨ ਬਾਰੇ ਸਟੱਡੀ ਕੀਤਾ। ਕੰਸਟਰਕਸ਼ਨ ਤੋਂ ਬਾਅਦ ਆਪਾਂ ਉਹਦਾ ਮਕੈਨਿਜ਼ਮ ਪੜਿਆ, ਪੌਲ ਐਂਡ ਰੈਚਟ ਮਕੈਨਿਜ਼ਮ। ਫਿਰ ਆਪਾਂ ਗੱਲ ਕੀਤੀ ਉਹ ਕੰਮ ਕਿੱਦਾਂ ਕਰਦੀ ਹੈ, ਵਰਕਿੰਗ ਬਾਰੇ, ਤੇ ਲਾਸਟ ਤੇ ਆਪਾਂ ਪੜਿਆ ਹੈਂਡ ਬ੍ਰੇਕ ਬਾਰੇ। ਸੋ ਅੱਜ ਲਈ ਇੰਨਾ ਹੀ, ਬਾਕੀ ਅਸੀਂ ਨੈਕਸਟ ਲੈਕਚਰ 'ਚ ਸਟੱਡੀ ਕਰਾਂਗੇ। ਕੱਲ ਦੇ ਲੈਕਚਰ 'ਚ ਅਸੀਂ ਸਟੱਡੀ ਕਰਾਂਗੇ ਜੀ ਹਾਈਡ੍ਰੋਲਿਕ ਬ੍ਰੇਕ। ਆਪਾਂ ਹਜੇ ਤੱਕ ਮਕੈਨੀਕਲ ਬ੍ਰੇਕ ਸਟੱਡੀ ਕੀਤੀ ਸੀਗੀ, ਅੱਜ ਅਸੀਂ ਹੈਂਡ ਬ੍ਰੇਕ ਕਰ ਲਈ। ਨੈਕਸਟ ਵਿੱਚ ਅਸੀਂ ਸਟੱਡੀ ਕਰਾਂਗੇ ਹਾਈਡ੍ਰੋਲਿਕ ਬ੍ਰੇਕ ਅਸੀਂ ਕਿਹਨੂੰ ਕਹਿੰਦੇ ਆ। ਸੋ ਫਿਲਹਾਲ ਲਈ ਇੰਨਾ ਹੀ। ਥੈਂਕ ਯੂ ਸੋ ਮਚ।